कोरोना वायरस कारण पंजाब दे विच सख्ती वध गई है। नवे नियम बना दिते गए ने। खबरां दे विस्तार च सब तो पहला नवे नियम तुहानूं दसांगे। बरतानिया तो बाद अमरीकी संसद मैंबरां ने किसानां अते पत्रकारां प्रति रवैये ते चिंता प्रगटाई है। विदेश मंत्री नूं भारत सरकार नाल गल करन दी बेनती कीती है। कोरोना के केस वधण कारण पंजाब सरकार ने कणक की खरीद पंजाब दे विच 10 अप्रैल तो शुरू करने का फैसला किया है। खरीद विच देरी का फैसला मुख मंत्री कैप्टन अमरिंदर सिंह की प्रधानगी च हुई बैठक दे विच लिया गया। किसानां दे वल्लों अज दा दिन पैप्सू मुजाहरा लहर दे शहीदां नूं समर्पित किया गया। टिकरी बॉर्डर ते संयुक्त किसान मोर्चे की स्टेज उत्ते लहर दे शहीदां, आगूआं ते वर्करां दे परिवारां नूं सन्मानित किया गया। अज दा दिन किसानां ने FCI दे खरीद नियमां दे खिलाफ मंडियां दे विच रोस मुजाहरिਆਂ नूं समर्पित भी किया। स्पैशल न्यूज़ बुलेटिन देखने वाले सारे दर्शकों का स्वागत है। मैं हरशरण कौर। सब तो पहली खबर बुलेटिन दे विच जो कोरोना नूं लैके नवे नियम पंजाब सरकार ने बनाए ने ਉਹ ਤੁਹਾਨੂੰ ਦੱਸਾਂਗੇ ਕਿ ਨਿਯਮ ਕਿਹੜੇ-ਕਿਹੜੇ ਬਣਾਏ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਹਾਲਾਤਾਂ ਨੂੰ ਲੈ ਕੇ ਰਿਵਿਊ ਬੈਠਕ ਕੀਤੀ। ਇਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਕੀਤਾ ਗਿਆ ਕਿ 31 ਮਾਰਚ ਤੱਕ ਪੰਜਾਬ 'ਚ ਸਾਰੇ ਸਕੂਲ ਤੇ ਕਾਲਜ ਬੰਦ ਰਹਿਣਗੇ। ਕਾਲਜ ਦੇ ਪੇਪਰ ਵੀ ਮੁਲਤਵੀ ਕਰ ਦਿੱਤੇ ਗਏ ਨੇ। ਹਾਲਾਂਕਿ ਲੌਕਡਾਊਨ ਤੇ ਕੋਈ ਫੈਸਲਾ ਇਸ ਮੀਟਿੰਗ ਦੇ ਵਿੱਚ ਨਹੀਂ ਲਿਆ ਗਿਆ। ਕਿਸੇ ਵੀ ਮਾਲ ਦੇ ਵਿੱਚ ਇਕੱਠੇ 100 ਤੋਂ ਵੱਧ ਲੋਕਾਂ ਦੀ ਐਂਟਰੀ ਤੇ ਰੋਕ ਲਾ ਦਿੱਤੀ ਗਈ ਹੈ। ਸਿਨੇਮਾ ਹਾਲ ਦੇ ਵਿੱਚ 50% ਲੋਕਾਂ ਨੂੰ ਹੀ ਜਾਣ ਦੀ ਇਜਾਜ਼ਤ ਹੋਏਗੀ। ਮਾਸਕ ਜਿਹੜੇ ਲੋਕਾਂ ਦੇ ਨਹੀਂ ਪਾਇਆ ਹੋਏਗਾ ਉਹਨਾਂ ਦਾ RT-PCR ਟੈਸਟ ਕੀਤਾ ਜਾਏਗਾ। ਵਿਆਹ ਸਮਾਗਮਾਂ ਦੇ ਵਿੱਚ ਸਿਰਫ 20 ਲੋਕ ਹੀ ਸ਼ਾਮਿਲ ਹੋਣਗੇ। ਅੰਤਿਮ ਸੰਸਕਾਰ ਦੇ ਵਿੱਚ 20 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋ ਸਕਦੇ। ਇਹ ਵੱਡੀ ਖਬਰ ਹੈ ਕਿ ਵਿਆਹ ਸਮਾਗਮਾਂ ਦੇ ਵਿੱਚ ਸਿਰਫ 20 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੈ। 20 ਤੋਂ ਵੱਧ ਲੋਕ ਵਿਆਹ ਦੇ ਵਿੱਚ ਨਹੀਂ ਸ਼ਾਮਿਲ ਹੋ ਸਕਦੇ। ਐਤਵਾਰ ਨੂੰ ਸਾਰੇ ਮਾਲ ਤੇ ਸਾਰੇ ਰੈਸਟੋਰੈਂਟ ਬੰਦ ਰਹਿਣਗੇ। सूबे के सारे 22 ਜ਼ਿਲ੍ਹਿਆਂ ਦੇ ਵਿੱਚ माइक्रो कंटेनमेंट स्ट्रैटेजी ਨੂੰ ਮੁੜ ਤੋਂ ਲਾਗੂ ਕੀਤਾ ਜਾਏਗਾ। ਰੋਜ਼ਾਨਾ 35,000 ਕੋਵਿਡ ਟੈਸਟ ਕੀਤੇ ਜਾਣਗੇ। ਚੰਗੀਆਂ ਸਹੂਲਤਾਂ ਨਾਲ ਲੈਸ ਹਸਪਤਾਲਾਂ ਨੂੰ ਕੋਵਿਡ ਦੇ ਲਈ ਬੈੱਡ ਰਾਖਵੇਂ ਰੱਖਣ ਲਈ ਕਹਿ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ 31 ਮਾਰਚ ਤੱਕ ਹਫ਼ਤੇ ਦੇ 7 ਦਿਨ ਰੋਜ਼ਾਨਾ 8 ਘੰਟਿਆਂ ਦੇ ਲਈ ਵੈਕਸੀਨ ਦੀ ਸੁਵਿਧਾ ਦੇਣ ਲਈ ਕਹਿ ਦਿੱਤਾ। पंजाब कांग्रेस ने 31 मार्च तक सारियां रैलियां रद्द करने का ऐलान किया है। इस दे नाल ही होरनां सियासी पार्टियां नूं भी रैलियां दे विच गिणती बाबत ध्यान रखण नूं कहा है। कैप्टन ने अमृतसर के DC राहीं दरबार साहिब अते दुर्गियाना मंदिर की मैनेजमेंट नूं अपील की है कि वो इन्हां धार्मिक स्थानां दे अंदर मास्क पाउणा जरूरी कर देण। पंजाब के 11 ਜ਼ਿਲ੍ਹਿਆਂ ਨੂੰ हॉटस्पॉट ਜ਼ਿਲ੍ਹੇ ऐलान दिता गया। कपूरथला, पटियाला, जलंधर, लुधियाना, मोहाली, अमृतसर, गुरदासपुर, रोपड़, हुशियारपुर, नवांशहर और फतेहगढ़ साहिब इन्हां ਜ਼ਿਲ੍ਹਿਆਂ ਨੂੰ हॉटस्पॉट ऐलान दिता गया ते इन्हां ਜ਼ਿਲ੍ਹਿਆਂ ਦੇ ਵਿੱਚ सरकारी दफ्तरां दे विच 31 मार्च तक पब्लिक डीलिंग बंद कर दी गई है। किसानां लई खास करके जिन्हां किसानां दी फसल वाढी लई तैयार है उन्हां लई भी एक अहम फैसला किया गया कि हुण कणक की सरकारी खरीद 1 अप्रैल तो नहीं बल्कि 10 अप्रैल तो शुरू होवेगी। सो दिशा निर्देश एक बार फिर तो थानू ब्रीफ दे विच दस दिंदे आ कि 11 ਜ਼ਿਲ੍ਹਿਆਂ ਦੇ ਵਿੱਚ नाइट करफ्यू रात नूं 9 ਵਜੇ ਤੋਂ ਲੈ ਕੇ ਸਵੇਰੇ 5 ਵਜੇ तक रहेगा। समाजिक इकट्ठ उत्ते बैन ला दिता गया। इन्हां 11 ਜ਼ਿਲ੍ਹਿਆਂ ਦੇ ਵਿੱਚ शॉपिंग मॉल्स ਦੇ ਵਿੱਚ 100 ਤੋਂ ਵੱਧ ਲੋਕ ਇੱਕ ਵਾਰ 'ਚ ਇਕੱਠੇ ਦਾਖਲ नहीं हो ਸਕਣਗੇ। सिनेमा हॉल भी 50% ਸਮਰੱਥਾ ਨਾਲ ਚੱਲਣਗੇ। ਵਿਆਹ ਦੇ ਵਿੱਚ 20 ਤੋਂ ਵੱਧ ਲੋਕ नहीं शामिल हो सकते। मौत ਦੇ ਵਿੱਚ भी 20 ਲੋਕ ही शामिल हो सकते ਨੇ। ਤੇ ਇੱਕ ਸਭ ਤੋਂ ਸਖਤ ਹੁਕਮ ਜਿਹੜਾ ਲਾਗੂ ਕੀਤਾ ਗਿਆ ਕਿ ਜਿਹੜਾ ਵੀ ਪੰਜਾਬੀ ਮਾਸਕ ਪਾਏ ਤੋਂ ਬਿਨਾਂ ਫੜਿਆ ਜਾਂਦਾ ਹੈ ਉਸ ਦਾ ਤੁਰੰਤ RT-PCR ਟੈਸਟ ਕੀਤਾ ਜਾਏਗਾ। ਹੋਲਾ ਮਹੱਲਾ ਦੇ ਵਿੱਚ ਸ਼ਾਮਿਲ ਹੋਣ ਲਈ ਸੰਗਤ ਲਈ ਜਿਹੜਾ ਕੋਵਿਡ-19 ਦੀ ਨੈਗੇਟਿਵ ਰਿਪੋਰਟ ਜ਼ਰੂਰੀ ਕੀਤੀ ਗਈ ਸੀ ਉਸ ਨੂੰ ਲੈ ਕੇ ਹੁਣ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਆਪਣਾ ਬਿਆਨ ਬਦਲ ਦਿੱਤਾ। ਸੋਨਾਲੀ ਗਿਰੀ ਨੇ ਕਿਹਾ ਕਿ ਕਰੋਨਾ ਟੈਸਟ ਦੀ ਰਿਪੋਰਟ ਸਿਰਫ ਕੌਮਾਂਤਰੀ ਸ਼ਰਧਾਲੂਆਂ ਲਈ ਲਿਆਉਣੀ ਲਾਜ਼ਮੀ ਹੋਵੇਗੀ ਤੇ ਕਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ ਹੋਲਾ ਮਹੱਲਾ 'ਚ ਸ਼ਾਮਿਲ ਹੋਣ ਵਾਲੇ ਹਰ ਇੱਕ ਵਿਅਕਤੀ ਨੂੰ ਸਾਵਧਾਨੀ ਜ਼ਰੂਰ ਵਰਤਣੀ ਪਏਗੀ। ਪਰ ਕਰੋਨਾ ਦੀ ਨੈਗੇਟਿਵ ਟੈਸਟ ਰਿਪੋਰਟ ਸਿਰਫ ਕੌਮਾਂਤਰੀ ਸ਼ਰਧਾਲੂਆਂ ਦੇ ਲਈ ਹੀ ਜ਼ਰੂਰੀ ਕੀਤੀ ਗਈ ਹੈ। ਦਰਅਸਲ ਕੱਲ ਇਹ ਖਬਰਾਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਸੀ ਕਿ ਰੂਪਨਗਰ ਦੀ DC ਨੇ ਹੁਕਮ ਦਿੱਤਾ ਕਿ ਹੋਲਾ ਮਹੱਲਾ 'ਚ ਸ਼ਾਮਿਲ ਹੋਣ ਵਾਲੇ ਹਰ ਇੱਕ ਸ਼ਰਧਾਲੂ ਦੇ ਲਈ ਕੋਵਿਡ-19 ਦੀ ਨੈਗੇਟਿਵ ਟੈਸਟ ਰਿਪੋਰਟ ਕੋਲ ਹੋਣੀ ਲਾਜ਼ਮੀ ਹੈ। ਜਿਸ ਤੋਂ ਬਾਅਦ SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਸੂਬਾ ਸਰਕਾਰ ਸੰਗਤ ਨੂੰ ਜੇ ਰੋਕਣਾ ਚਾਹੁੰਦੀ ਹੈ ਤਾਂ ਖੁਦ ਐਲਾਨ ਕਰੇ। ਪ੍ਰਸ਼ਾਸਨ ਨੂੰ ਮੋਹਰਾ ਬਣਾਉਣਾ ਜਾਇਜ਼ ਨਹੀਂ ਹੈ। ਜਗੀਰ ਕੌਰ ਨੇ ਕਿਹਾ ਸੀ ਕਿ ਹੋਲੇ ਮਹੱਲੇ ਮੌਕੇ ਕਰੋਨਾ ਰਿਪੋਰਟ ਲਿਆਉਣ ਸੰਬੰਧੀ ਹੁਕਮ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਨੇ। ਉਸ ਤੋਂ ਬਾਅਦ DC ਰੂਪਨਗਰ ਨੇ
18 ਮਾਰਚ ਦੀ ਸ਼ਾਮ ਨੂੰ ਇਹ ਸਪਸ਼ਟ ਕੀਤਾ ਕਿ ਕਰੋਨਾ ਟੈਸਟ ਦੀ ਰਿਪੋਰਟ ਹੈ ਸਿਰਫ ਇੰਟਰਨੈਸ਼ਨਲ ਲੋਕਾਂ ਦੇ ਲਈ ਲਿਆਉਣੀ ਹੀ ਲਾਜ਼ਮੀ ਹੋਏਗੀ, ਕਿਉਂਕਿ ਹੋਲਾ ਮਹੱਲਾ ਦੇ ਵਿੱਚ ਵਿਦੇਸ਼ਾਂ ਤੋਂ ਵੀ ਕਾਫੀ ਸੰਗਤ ਆ ਕੇ ਸ਼ਾਮਿਲ ਹੁੰਦੀ ਹੈ। कोविड-19 ਦੇ ਰੌਲੇ ਦੇ ਦਰਮਿਆਨ ਡੇਰਾ ਬਿਆਸ ਨੇ ਵੀ ਵੱਡਾ ਫੈਸਲਾ ਦਿੱਤਾ ਹੈ ਕਿ 31 ਮਈ ਤੱਕ ਦੇਸ਼ ਭਰ ਦੇ ਵਿੱਚ ਡੇਰਾ ਬਿਆਸ ਦੇ ਸਤਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਨੇ। ਕਰੋਨਾ ਕਾਲ ਤੋਂ ਬੰਦ ਚੱਲੇ ਆ ਰਹੇ ਡੇਰੇ ਦੇ ਟਰਸਟ ਵੱਲੋਂ ਮਾਰਚ ਮਹੀਨੇ ਵਿੱਚ ਡੇਰਾ ਖੋਲ੍ਹ ਦਿੱਤੇ ਜਾਣ ਦੀ ਗੱਲ ਕਹੀ ਹੋਈ ਸੀ, ਪਰ ਹੁਣ 31 ਮਈ ਤੱਕ ਮੁੜ ਤੋਂ ਸਾਰੇ ਸਤਸੰਗ ਪ੍ਰੋਗਰਾਮ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਡੇਰਾ ਬਿਆਸ ਵੀ ਸੰਗਤ ਤੇ ਸੈਲਾਨੀਆਂ ਲਈ 31 ਮਈ 2021 ਤੱਕ ਬੰਦ ਰਹੇਗਾ। ਸੰਗਤ ਦੇ ਰਹਿਣ ਲਈ ਇੱਥੇ ਕੋਈ ਵੀ ਥਾਂ ਨਹੀਂ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੋਵਿਡ ਪੋਜ਼ਿਟਿਵ ਆਉਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਰੋਨਾ ਹੋਣ ਦੀਆਂ ਅਫਵਾਹਾਂ ਉੱਡ ਰਹੀਆਂ ਸੀ। ਇਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਪਸ਼ਟੀਕਰਨ ਦਿੱਤਾ ਹੈ। ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੋਨਾ ਪੋਜ਼ਿਟਿਵ ਹੋਣ ਦੀ ਸਿਰਫ ਅਫਵਾਹ ਫੈਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਬਾਦਲ ਦੇ ਕਰੋਨਾ ਪੋਜ਼ਿਟਿਵ ਹੋਣ ਦੀ ਗਲਤ ਖਬਰ ਮੀਡੀਆ ਨੂੰ ਦਿੱਤੀ ਹੈ, ਜਦਕਿ ਪ੍ਰਕਾਸ਼ ਸਿੰਘ ਬਾਦਲ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ। ਪੰਜਾਬ ਸਰਕਾਰ ਨੂੰ ਇਸ ਬਾਰੇ ਗੰਭੀਰ ਹੋਣਾ ਚਾਹੀਦਾ ਹੈ, ਇਹ ਚੀਮਾ ਨੇ ਸਪਸ਼ਟੀਕਰਨ ਦਿੱਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਦਿੱਲੀ ਰਵਾਨਾ ਹੋ ਗਏ ਨੇ, ਕਿਉਂਕਿ ਬਾਦਲ ਵਿੱਚ ਉਹਨਾਂ ਦੇ ਘਰ ਦੇ ਵਿੱਚ 3 ਹੋਰ ਜਿਹੜੇ ਉੱਥੋਂ ਦੇ ਲੋਕ ਹੈਗੇ ਨੇ, 3 ਕਰਮਚਾਰੀ ਨੇ, ਉਹ ਪੋਜ਼ਿਟਿਵ ਪਾਏ ਗਏ ਨੇ, ਜਿਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਇਕਾਂਤਵਾਸ ਤਹਿਤ ਇੱਕ ਨਿੱਜੀ ਹੋਟਲ ਦੇ ਵਿੱਚ ਦਿੱਲੀ ਰਹਿਣਗੇ। ਪੰਜਾਬ ਸਰਕਾਰ ਵੀ ਹੁਣ ਕਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਤੇ ਸਖਤ ਹੋ ਗਈ ਹੈ। ਫਗਵਾੜਾ ਦੇ ਵਿੱਚ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਪੰਜਾਬ ਪੁਲਿਸ ਨੇ ਚਲਾਨ ਕੱਟਿਆ। ਪੁਲਿਸ ਨੇ ASI ਭਾਰਤ ਭੂਸ਼ਣ ਦੀ ਅਗਵਾਈ ਹੇਠ ਸ਼ੂਗਰ ਮਿਲ ਚੌਂਕ ਚਲਾਏ ਨਾਕੇ ਦੌਰਾਨ ਪੰਜਾਬੀ ਗਾਇਕ ਮਾਸਟਰ ਸਲੀਮ ਦੀ ਗੱਡੀ ਨੂੰ ਰੋਕ ਕੇ ਉਸ 'ਚ ਸਵਾਰ ਵਿਅਕਤੀਆਂ ਦੇ ਮਾਸਕ ਨਾ ਪਾਏ ਹੋਣ ਕਰਕੇ ਚਲਾਨ ਕੱਟਿਆ। ਭੂਸ਼ਣ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਦਾ 1000 ਰੁਪਏ ਦਾ ਚਲਾਨ ਕੱਟਿਆ। ਇਸ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਲੀਮ ਪੁਲਿਸ ਨੂੰ ਸਫਾਈਆਂ ਦੇ ਰਹੇ ਨੇ, ਪਰ ਪੁਲਿਸ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਤੇ ਚਲਾਨ ਕੱਟ ਕੇ ਹੱਥ ਵਿੱਚ ਫੜਾ ਦਿੱਤਾ। ਇਸੇ ਤਰ੍ਹਾਂ ਦੀ ਇੱਕ ਖਬਰ ਬੰਗਾ ਤੋਂ ਵੀ ਆਈ ਹੈ। ਥਾਣਾ ਸਿਟੀ ਬੰਗਾ ਪੁਲਿਸ ਨੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇੱਥੇ ਜਲੰਧਰ ਦੇ ਵਿੱਚ ਰਾਤ ਦਾ ਕਰਫਿਊ ਲੱਗਿਆ ਹੋਇਆ ਹੈ ਤੇ ਜਦੋਂ ਰਾਤ ਨੂੰ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਉਹਨਾਂ ਨੇ ਬੰਗਾ ਦੇ ਮੁਹੱਲਾ ਸਿੰਧ ਨੇੜੇ ਇੱਕ ਨੌਜਵਾਨ ਨੂੰ ਪੈਦਲ ਆਉਂਦੇ ਦੇਖਿਆ ਤੇ ਜਦੋਂ ਉਹਨੂੰ ਕਰਫਿਊ ਦੌਰਾਨ ਘੁੰਮਣ ਦਾ ਕਾਰਨ ਪੁੱਛਿਆ ਤਾਂ ਨੌਜਵਾਨ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ। ਨੌਜਵਾਨ ਦੀ ਪਛਾਣ ਸਪਨਪ੍ਰੀਤ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਬੰਗਾ ਵਜੋਂ ਹੋਈ ਹੈ। ਉਸ ਨੂੰ ਅਗਲੀ ਕਾਰਵਾਈ ਲਈ ਥਾਣਾ ਸਿਟੀ ਲਿਆਂਦਾ ਗਿਆ ਤੇ 188 ਧਾਰਾ ਅਤੇ 269 ਤਹਿਤ ਮਾਮਲਾ ਦਰਜ ਕਰ ਲਿਆ। ਸੋ ਪੰਜਾਬ ਦੇ ਜਿਨ੍ਹਾਂ ਵੀ ਜ਼ਿਲ੍ਹਿਆਂ ਦੇ ਵਿੱਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ, ਨਾਈਟ ਕਰਫਿਊ ਦਾ, ਉੱਥੋਂ ਦੇ ਲੋਕ ਜ਼ਰਾ ਸਾਵਧਾਨ ਰਹਿਣ। ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਾਹਰ ਨਾ ਨਿਕਲਣ, ਕਿਉਂਕਿ ਖਾਮਖਾ ਤੁਹਾਨੂੰ ਚਲਾਨ ਵੀ ਭਰਨਾ ਪਵੇਗਾ ਅਤੇ ਪੁਲਿਸ ਕੇਸ ਦਾ ਸਾਹਮਣਾ ਵੀ ਕਰਨਾ ਪਏਗਾ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਲੋਕ ਸਭਾ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਨਾਂ ਅੰਦਰ ਕੋਵਿਡ-19 ਟੀਕਿਆਂ ਬਾਰੇ ਖਦਸ਼ਿਆਂ ਨੂੰ ਖਾਰਿਜ ਕਰਦਿਆਂ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਵਿਡ ਦਾ ਟੀਕਾ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ। ਦੇਸ਼ ਵਾਸੀ ਕੋਵਿਡ ਦੇ ਟੀਕੇ ਬਾਰੇ ਆਪਣੇ ਮਨ ਦੇ ਵਿੱਚ ਕੋਈ ਭਰਮ ਨਾ ਰੱਖਣ। ਪ੍ਰਸ਼ਨ ਕਾਲ ਦੌਰਾਨ ਉਹਨਾਂ ਨੇ ਕਿਹਾ ਕਿ ਦੇਸ਼ ਤੇ ਦੁਨੀਆ ਦੇ ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਰੋਨਾ ਵਿਸ਼ਾਣੂ ਟੀਕਾ ਨੁਕਸਾਨ ਨਹੀਂ ਪਹੁੰਚਾਏਗਾ। ਉਹਨਾਂ ਕਿਹਾ ਕਿ ਭਾਰਤ ਨੇ ਜਿਨ੍ਹਾਂ 2 ਟੀਕਿਆਂ ਨੂੰ ਪ੍ਰਵਾਨਗੀ ਦਿੱਤੀ ਹੈ ਉਹ ਤੈਅ ਮਾਪਦੰਡਾਂ ਉੱਤੇ ਖਰੇ ਉਤਰਦੇ ਨੇ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਸਵਾਲ ਦੇ ਜਵਾਬ ਦੇ ਵਿੱਚ ਮੰਤਰੀ ਨੇ ਕਿਹਾ ਕਿ ਦੇਸ਼ ਵਾਸੀ ਕੋਵਿਡ ਟੀਕਿਆਂ ਬਾਰੇ ਕਿਸੇ ਵੀ ਤਰ੍ਹਾਂ ਦਾ ਭਰਮ ਨਾ ਰੱਖਣ। ਯੂਨਾਈਟਿਡ ਨੇਸ਼ਨਸ ਨੇ ਵੀ ਇਸ ਦਰਮਿਆਨ ਬਿਆਨ ਦਿੱਤਾ ਹੈ ਕਿ ਕਰੋਨਾ ਵਾਇਰਸ ਮੌਸਮੀ ਬਿਮਾਰੀ ਬਣ ਸਕਦਾ ਹੈ ਤੇ ਕਈ ਸਾਲਾਂ ਤੱਕ ਇਸ ਦਾ ਖਤਰਾ ਬਣਿਆ ਰਹੇਗਾ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਕਰੋਨਾ ਵਾਇਰਸ ਜਲਦੀ ਹੀ ਮੌਸਮੀ ਬਿਮਾਰੀ ਦਾ ਰੂਪ ਲੈ ਸਕਦਾ ਹੈ। ਚੀਨ ਵਿੱਚ ਪਹਿਲਾਂ ਕਰੋਨਾ ਕੇਸ ਆਉਣ ਤੋਂ 1 ਸਾਲ ਬਾਅਦ ਵੀ ਵਿਗਿਆਨੀ ਇਸ ਬਿਮਾਰੀ ਦੇ ਰਹੱਸ ਨੂੰ ਹੱਲ ਨਹੀਂ ਕਰ ਸਕੇ। ਦੁਨੀਆ ਭਰ ਦੇ ਵਿੱਚ ਲਗਭਗ 3.25 ਮਿਲੀਅਨ ਲੋਕਾਂ ਦੀ ਮੌਤ ਕਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਕਰੋਨਾ ਵਾਇਰਸ ਦਾ ਅਧਿਐਨ ਕਰਨ ਵਾਲੇ ਮਾਹਿਰਾਂ ਦੀ ਟੀਮ ਨੇ ਕਰੋਨਾ-19 ਦੇ ਫੈਲਣ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਮੌਸਮ ਵਿਗਿਆਨ ਅਤੇ ਹਵਾ ਦੀ ਗੁਣਵੱਤਾ ਦਾ ਅਧਿਐਨ ਕਰਕੇ ਉਹਨਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ। ਅਧਿਐਨ ਦੇ ਵਿੱਚ ਵਿਗਿਆਨੀਆਂ ਨੇ ਇਹ ਪਾਇਆ ਕਿ ਕਰੋਨਾ ਵਾਇਰਸ ਅਗਲੇ ਕੁਝ ਸਾਲਾਂ ਤੱਕ ਉਸੇ ਤਰ੍ਹਾਂ ਸਾਨੂੰ ਮੌਸਮੀ ਬਿਮਾਰੀ ਵਾਂਗ ਪਰੇਸ਼ਾਨ ਕਰਦਾ ਰਹੇਗਾ ਜਿਸ ਤਰ੍ਹਾਂ ਕੋਈ ਹੋਰ ਫਲੂ ਕਰਦਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਮੌਸਮ ਵਿਗਿਆਨ ਜਥੇਬੰਦੀ ਵੱਲੋਂ ਬਣਾਈ ਗਈ 16 ਮੈਂਬਰੀ ਟੀਮ ਨੇ ਕਿਹਾ ਕਿ ਸਾਹ ਦੀ ਲਾਗ ਅਕਸਰ ਮੌਸਮੀ ਹੁੰਦੀ ਹੈ।
ਕੋਰੋਨਾ ਵਾਇਰਸ ਮੌਸਮ ਤੇ ਤਾਪਮਾਨ ਦੇ ਮੁਤਾबिक ਵੀ ਆਪਣਾ ਪ੍ਰਭਾਵ ਦਿਖਾਏਗਾ। ਬਰਤਾਨੀਆ ਤੋਂ ਬਾਅਦ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਵੀ ਕਿਸਾਨਾਂ ਅਤੇ ਪੱਤਰਕਾਰਾਂ ਪ੍ਰਤੀ ਰਵੱਈਏ ਤੇ ਚਿੰਤਾ ਪ੍ਰਗਟਾਈ ਹੈ। ਅਮਰੀਕਾ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ 2 ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ ਵਿੱਚ ਖੇਤੀ ਕਾਨੂੰਨਾਂ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਪੱਤਰਕਾਰਾਂ ਨਾਲ ਕੀਤੇ ਜਾ ਰਹੇ ਵਿਹਾਰ ਦੇ ਮਸਲੇ ਨੂੰ ਚੁੱਕਣ। ਸੰਸਦ ਮੈਂਬਰਾਂ ਨੇ ਹਾਲਾਂਕਿ ਇਹ ਵੀ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਉੱਤੇ ਕਿਵੇਂ ਅੱਗੇ ਵਧਣਾ ਹੈ, ਇਸ ਬਾਰੇ ਕੋਈ ਵੀ ਫੈਸਲਾ ਭਾਰਤ ਦੇ ਨਾਗਰਿਕ ਤੇ ਉੱਥੋਂ ਦੀ ਸਰਕਾਰ ਹੀ ਲਵੇਗੀ। ਬਲਿੰਕਨ ਨੂੰ ਭੇਜੀ ਚਿੱਠੀ ਵਿੱਚ ਸੈਨੇਟ ਦੀ ਵਿਦੇਸ਼ੀ ਮਾਮਲਿਆਂ ਨਾਲ ਸੰਬੰਧਿਤ ਕਮੇਟੀ ਦੇ ਚੇਅਰਮੈਨ ਬੌਬ ਮਨੈਂਡੇਜ਼ ਅਤੇ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਬਾਈਡਨ ਪ੍ਰਸ਼ਾਸਨ ਨੂੰ ਭਾਰਤ ਵਿੱਚ ਕਿਸਾਨਾਂ ਨਾਲ ਹੋ ਰਹੇ ਵਿਹਾਰ ਦੇ ਮਸਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ। उन्होंने कहा कि किसान नवे खेतीबाड़ी कानूनों विरुद्ध शांतमई प्रदर्शन कर रहे हैं। चिट्ठी विच उन्होंने लिखा कि भारत अमरीका का लंबे समय तो रणनीतिक भाईवाल है। इन्हां मजबूत संबंधों कारण असीं भारत सरकार वालों किसानी मुजाहरियां प्रति अपनाए जा रहे रवैये तो चिंतित हां। अमरीकी राष्ट्रपति अपने भारतीय लीडरां नाल गलबात दौरान बोलण की आज़ादी अते शांतमई प्रदर्शन के अधिकार की महत्ता का मसला चुकण अते यकीनी बनाउण कि देश का विदेश मंत्राला भी ये मसला चुके। दोवां ने कहा कि भारत की सरकार ने प्रदर्शन वाले स्थानां दे उत्ते इंटरनेट, पानी ते बिजली बंद करने के हुक्म दिते अते प्रदर्शन बारे रिपोर्टिंग ਕਰਨ ਵਾਲੇ ਪੱਤਰਕਾਰਾਂ ਦੇ ਕੰਮ ਵਿੱਚ ਵੀ ਅੜਿੱਕੇ ਪਾਏ। किसान संघर्ष दरमियान हरियाणे तो एक होर वड्डी खबर आ रही है, जिथे हरियाणे के 8 नौजवानों ने राष्ट्रपति तो इच्छा मौत मंगी है। किसानी अंदोलन के समर्थन में हिसार जिले के 8 नौजवानों ने डिप्टी कमिश्नर राही राष्ट्रपति तो इच्छा मौत मंगी है। ये सारे नौजवान 31 मार्च तक खेती चोपटा विच शांतपूर्ण धरना भी देणगे। इन्हां दा धरना 19 मार्च तो शुरू हो चुका है। कापड़ों निवासी संजय गोयत, आनंद, जतिंदर, रवि, शमशेर, राखी, अजय ते माजरा निवासी सोनू ने हिसार दे डिप्टी कमिश्नर नूं चिट्ठी लिख के मांग की है कि किसान पिछले कई महीनों तो धरने ते बैठे ने, पर सरकार का रवैया किसानों प्रति सही नहीं है। असीं इस तो दुखी हाँ। नौजवानों ने कहा कि किसानों नूं अतवादी भी कहा जा रहा है, जिस कारण सरकार तो दुखी होकर असीं इच्छा मौत की मांग कर रहे हैं। सारे नौजवानों ने जिला डिप्टी कमिश्नर नूं चिट्ठी सौंपी है तो एक अल्टीमेटम भी दिता है कि जो 12 दिनों बाद भी इस चिट्ठी राही कोई हुंगारा सानूं ना मिलिया तो जिला डिप्टी कमिश्नर की मंजूरी असीं मंगांगे अते इच्छा मौत लवांगे। सारे नौजवान 19 मार्च तो खेड़ी चौपटा विखे शांतमई धरने ते बैठ गए ने। उन्होंने कहा कि जे प्रशासन सानू किसी भी तरह की मानसिक परेशानी देने की कोशिश करेगा जां साडे नाल धक्का करेगा तो उस तो बाद जे साडा कोई साथी गलत कदम चुकदा है तो इसकी जिम्मेवारी प्रशासन की होवेगी। किसान हुण जेल भरो अंदोलन की तैयारी दे विच ने। खेती कानून रद्द करवाउण दे लई जेलां भरनियां पै सकदियां ने। इस संकेत किसान लीडर जगजीत सिंह डल्लेवाल ने दे दिते ने। जगजीत सिंह डल्लेवाल ने किसानां दे एक भरमें इकट्ठ नूं संबोधन करदिआं इह कहा है कि एक पासे केंद्र सरकार दे मंत्री काले कानूनां विच लोड़ींदियां सोधां करन दे भरोसे दे रहे ने, दूजे पासे साडे किसान वर्करां खिलाफ मुकदमे दर्ज करन दीआं धमकियां दे रहे ने। किसान लीडर ने कहा कि अजिही स्थिति विच साडे कोल जेलां भरन तो बिना होर कोई भी चारा नहीं रह जाना। इस करके किसानां नूं लंबे समय तक संघर्ष करते रहण लई तैयार होना चाहिए। समाजवादी पार्टी के मुखी ते उत्तर प्रदेश के साबका मुख्यमंत्री अखिलेश यादव ने कहा है कि केंद्र सरकार के 3 नवे खेती कानून किसानां दे लई डैथ वारंट साबित हो रहे हैं। उन्हां नूं वापस नहीं लिया जा रहा, जबकि 300 तो वध किसानां दी मौत हो चुकी है। किसानां ने संघर्ष का 19 मार्च का दिन पैपसू मुजाहरा लहर के शहीदों को समर्पित किया। टिकरी बॉर्डर से संयुक्त किसान मोर्चे के वलों लहर के शहीदों, आगुआं ते वर्करां के परिवारों का सन्मान किया गया। 19 मार्च को संयुक्त किसान मोर्चे की अगवाई दे विच FCI के खरीद नियमां खिलाफ मंडियां विच रोस मुजाहरे भी किए गए। इस दरम्यान ये जानना बड़ा जरूरी है कि पैपसू मुजाहरा लहर की सी ते उहदे विच कौन शहीद होया सी। पैपसू मुजाहरा लहर के घुलाटीए कहते हैं कि 50 साल पहला भी जमीनों को खतरा सी ते हुण भी जमीनों के खतरे लई किसान संघर्ष कर रहे हैं। मुजाहरा लहर के 93 सालों के कृपाल सिंह का कहना है कि 50 साल पहला भी सानू जमीन की मालकी लई लंबा संघर्ष करना पिया ते हुण भी खेती कानूनां राही साड़ियां जमीनां खतरे विच ने ते इसलिए पंजाब के किसान, नौजवान ते मजदूरां समेत हर वर्ग दिल्ली विच चल रहे किसान संघर्ष दे विच जुटिया होया। मानसा जिले के पिंड बीर खुरद के कृपाल सिंह बीर भी 93 सालों के ने, वह भी मुजाहरा लहर का हिस्सा रहे ने। बीर सिंह ते उन्होंने परिवार ने भी जगीरदारां के विरोध में उठी मुजाहरा लहर में हिस्सा लिया सी। वो कहते हैं कि मुजाहरा लहर का ही प्रभाव सी कि जमीन वाहण वाले किसानों को जगीरदारां तो मुक्ति मिली ते मुजाहरे जमीनां दे मालक बने। पैपसू के
ਇਲਾਕੇ ਦੀਆਂ ਰਿਆਸਤਾਂ, ਜਿਸ ਵਿੱਚ ਪਟਿਆਲਾ ਰਿਆਸਤ ਪ੍ਰਮੁੱਖ ਸੀ, ਜਿਸ ਦੇ ਇਲਾਕੇ ਵਿੱਚ ਰਾਜਿਆਂ ਵੱਲੋਂ ਆਪੋ ਆਪਣੀ ਰਿਆਸਤ ਵਿੱਚ ਜਗੀਰਦਾਰ ਥਾਪੇ ਗਏ ਸੀ ਤੇ ਇਹ ਜਗੀਰਦਾਰ ਕਈ ਪਿੰਡਾਂ ਦੀਆਂ ਜ਼ਮੀਨਾਂ ਦੇ ਮਾਲਕ ਸਨ ਤੇ ਅੱਗੇ ਉਹ ਕਿਸਾਨਾਂ ਤੋਂ ਖੇਤੀ ਕਰਵਾਉਂਦੇ ਸਨ। ਇਹਨਾਂ ਵਾਹੀਕਾਰਾਂ ਨੂੰ ਮੁਜ਼ਾਰੇ ਕਿਸਾਨ ਕਿਹਾ ਜਾਂਦਾ ਸੀ ਕਿਉਂਕਿ ਉਹ ਜ਼ਮੀਨਾਂ ਤੇ ਖੇਤੀ ਤਾਂ ਕਰਦੇ ਸੀ ਪਰ ਜ਼ਮੀਨ ਦੀ ਮਾਲਕੀ ਦੇ ਹੱਕ ਜਗੀਰਦਾਰਾਂ ਕੋਲੇ ਸੀ ਤੇ ਉਹ ਇਸ ਬਦਲੇ ਮੁਜ਼ਾਰਾ ਕਿਸਾਨਾਂ ਤੋਂ ਟੈਕਸ ਲੈਂਦੇ ਸੀ। ਪੈਪਸੂ 8 ਰਿਆਸਤਾਂ ਦੇ ਸਮੂਹ ਨੂੰ ਕਿਹਾ ਜਾਂਦਾ ਸੀ। 8 ਰਿਆਸਤਾਂ ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਫਰੀਦਕੋਟ, ਮਲੇਰਕੋਟਲਾ, ਕਲਸੀਆਂ ਤੇ ਨਾਲਾਗੜ੍ਹ ਸੀ। ਮੁਜ਼ਾਰਿਆਂ ਤੋਂ ਪਸ਼ੂ ਖੇਤਾਂ ਵਿੱਚ ਚਾਰਨ ਬਦਲੇ ਵੱਖਰੀ ਬਟਾਈ ਯਾਨੀ ਕਿ ਟੈਕਸ ਲਿਆ ਜਾਂਦਾ ਸੀ। ਖੇਤਾਂ ਵਿੱਚ ਬਾਲਣ, ਸਾਗ ਜਾਂ ਪਾਣੀ ਆਦਿ ਲੈ ਕੇ ਆਉਣ ਲਈ ਵੀ ਉਹਨਾਂ ਤੋਂ ਵੱਖਰਾ ਟੈਕਸ ਲਿਆ ਜਾਂਦਾ ਸੀ। ਵੀਰ ਸਿੰਘ ਦੱਸਦੇ ਨੇ ਕਿ ਪਿੰਡ ਦੀ ਆਬਾਦੀ ਦੇ ਚਾਰੇ ਪਾਸੇ ਕੰਧ ਹੁੰਦੀ ਸੀ, ਇੱਕ ਹੀ ਗੇਟ ਹੁੰਦਾ ਸੀ। ਖੇਤਾਂ ਵਿੱਚੋਂ ਕੰਮ ਕਰਕੇ ਵਾਪਸ ਮੁੜਦੇ ਕਿਸਾਨਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਤਲਾਸ਼ੀ ਲਈ ਜਾਂਦੀ ਸੀ। ਜੋ ਵੀ ਚੀਜ਼ ਉਹ ਖੇਤਾਂ 'ਚੋਂ ਲੈ ਕੇ ਆਉਂਦੇ ਸੀ ਉਸ ਵਿੱਚੋਂ ਜਗੀਰਦਾਰਾਂ ਦੇ ਬੰਦੇ ਟੈਕਸ ਲੈਂਦੇ ਸੀ। ਇੰਨਾ ਹੀ ਨਹੀਂ, ਕਿਸਾਨ ਜਿਹੜੇ ਮੁਜ਼ਾਰੇ ਕਿਸਾਨ ਸੀ ਉਹਨਾਂ ਨੂੰ ਜਗੀਰਦਾਰਾਂ ਦੇ ਮੁਲਾਜ਼ਮਾਂ ਨੂੰ ਵੀ ਵੱਖਰਾ ਟੈਕਸ ਦੇਣਾ ਪੈਂਦਾ ਸੀ ਤੇ ਇਸ ਸਾਰੇ ਲੁਟੇਰੇ ਸਿਸਟਮ ਦੇ ਖਿਲਾਫ ਪੰਜਾਬ ਦੇ ਵਿੱਚ ਮੁਜ਼ਾਰਾ ਲਹਿਰ ਸ਼ੁਰੂ ਹੋਈ ਸੀ, ਜਿਸ ਅਧੀਨ ਮੁਜ਼ਾਰੇ ਕਿਸਾਨਾਂ ਨੇ ਟੈਕਸ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਹਿਰ ਵਿੱਚ ਹਿੱਸਾ ਲੈਣ ਵਾਲੇ ਮੁਜ਼ਾਰਿਆਂ ਦੇ ਘਰ ਵੀ ਜ਼ਬਤ ਕਰ ਲਏ ਗਏ ਸੀ, ਜ਼ਮੀਨਾਂ 'ਚੋਂ ਬੇਦਖਲ ਕਰ ਦਿੱਤਾ ਗਿਆ ਸੀ। ਵੀਰ ਸਿੰਘ ਵੀ ਉਹਨਾਂ ਦੇ ਵਿੱਚੋਂ ਇੱਕ ਨੇ। ਜਦੋਂ ਪੁਲਿਸ ਤੇ ਗੁੰਡਿਆਂ ਦੇ ਜ਼ੋਰ ਨਾਲ ਮੁਜ਼ਾਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗੋਂ ਕਿਸਾਨਾਂ ਨੇ ਵੀ ਗੁਰੀਲਾ ਦਸਤੇ ਬਣਾ ਕੇ ਪੁਲਿਸ ਤੇ ਜਗੀਰਦਾਰਾਂ ਦੇ ਗੁੰਡਿਆਂ ਦਾ ਮੁਕਾਬਲਾ ਕੀਤਾ। ਕਿਸ਼ਨਪੁਰਾ ਪਿੰਡ ਦੀ ਲੜਾਈ ਬੜੀ ਅਹਿਮ ਮੰਨੀ ਜਾਂਦੀ ਹੈ। ਇੱਥੇ ਮੁਜ਼ਾਰੇ ਕਿਸਾਨਾਂ ਦਾ ਪਹਿਲਾਂ ਪੁਲਿਸ ਅਤੇ ਬਾਅਦ ਵਿੱਚ ਫੌਜ ਨਾਲ ਮੁਕਾਬਲਾ ਹੋਇਆ। ਲੜਾਈ ਵਿੱਚ 3 ਮੁਜ਼ਾਰੇ ਮਾਰੇ ਗਏ, 80 ਦੇ ਕਰੀਬ ਗ੍ਰਿਫਤਾਰ ਕਰ ਲਏ ਗਏ ਸੀ, ਜਿਨ੍ਹਾਂ ਵਿੱਚੋਂ 35 ਦੇ ਕਰੀਬ ਆਗੂਆਂ ਤੇ ਮੁਜ਼ਾਰਿਆਂ ਨੂੰ ਜੇਲ੍ਹ ਭੇਜਿਆ ਗਿਆ ਸੀ। 18 ਮਾਰਚ 1949 ਤੋਂ ਸ਼ੁਰੂ ਹੋਇਆ ਇਹ ਮੁਕਾਬਲਾ 19 ਮਾਰਚ 1949 ਦੀ ਸਵੇਰ ਤੱਕ ਚੱਲਿਆ ਸੀ ਤੇ ਜ਼ਿਲ੍ਹਾ ਮਾਨਸਾ ਦਾ ਕਿਸ਼ਨਗੜ੍ਹ ਮੁਜ਼ਾਰਾ ਲਹਿਰ ਦਾ ਮੋਢੀ ਪਿੰਡ ਹੈ। ਇਹ ਪਿੰਡ ਉਸ ਲਹਿਰ ਅਧੀਨ ਆਉਣ ਵਾਲੇ 784 ਪਿੰਡਾਂ ਵਿੱਚੋਂ ਉੱਘਾ ਪਿੰਡ ਬਣ ਕੇ ਉੱਭਰਿਆ। ਇਸ ਪਿੰਡ ਉੱਪਰ 19 ਮਾਰਚ 1949 ਨੂੰ ਆਜ਼ਾਦ ਭਾਰਤ ਦੀ ਫੌਜ ਨੇ ਵੀ ਮੁਜ਼ਾਰਿਆਂ ਤੇ ਹਮਲਾ ਕੀਤਾ ਸੀ। ਇਸ ਦਰਮਿਆਨ ਭਾਰਤੀ ਕਿਸਾਨ ਜਥੇਬੰਦੀ ਏਕਤਾ ਉਗਰਾਹਾਂ ਦੇ ਵੱਲੋਂ ਵੀ ਇੱਕ ਬਿਆਨ ਆਇਆ ਹੈ, ਬੜਾ ਅਹਿਮ ਬਿਆਨ ਹੈ। ਉਹਨਾਂ ਨੇ ਕਿਹਾ ਕਿ ਸਾਡੀ ਜਥੇਬੰਦੀ ਦੇ ਬਾਰੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਗਰਾਹਾਂ ਜਥੇਬੰਦੀ ਕਾਨੂੰਨ ਰੱਦ ਕਰਨ ਤੋਂ ਬਿਨਾਂ ਹੀ ਸੰਘਰਸ਼ ਖਤਮ ਕਰ ਦੇਵੇਗੀ। ਇਸ ਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ ਕਿ ਅਜਿਹੀਆਂ ਅਫਵਾਹਾਂ ਤੋਂ ਬਚ ਕੇ ਰਿਹਾ ਜਾਵੇ। ਅਜਿਹਾ ਪ੍ਰਚਾਰ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਅੰਦਰ ਵਖਰੇਵੇਂ ਪੈਦਾ ਕਰਨ ਤੇ ਜੂਝਦੇ ਲੋਕਾਂ ਅੰਦਰ ਘਚੋਲਾ ਪਾਉਣ ਦੀ ਨਾਕਾਮ ਕੋਸ਼ਿਸ਼ ਤੋਂ ਵੱਧ ਕੁਝ ਵੀ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉਦੋਂ ਤੱਕ ਮੋਰਚਾ ਨਹੀਂ ਛੱਡੇਗੀ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ। ਮੋਗਾ ਤੋਂ ਖਬਰ ਹੈ, ਜਿੱਥੇ ਪਿੰਡ ਮਾਣੂਕੇ ਗਿੱਲ ਵਿਖੇ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਡਿਫੈਂਸ ਰੋਡ ਤੇ ਇੱਕ ਨੌਜਵਾਨ ਨੇ 2 ਕੁੜੀਆਂ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਰਕੇ ਦੋਵੇਂ ਕੁੜੀਆਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ, ਪਰ ਦੋਵਾਂ ਲੜਕੀਆਂ ਦੀ ਮੌਤ ਹੋ ਗਈ ਹੈ। ਇਹਨਾਂ ਲੜਕੀਆਂ ਦੀ ਪਛਾਣ ਅਮਨਪ੍ਰੀਤ ਤੇ ਕਮਲਪ੍ਰੀਤ ਵਜੋਂ ਹੋਈ ਹੈ, ਜੋ ਪਿੰਡ ਸੇਖਾ ਖੁਰਦ ਦੀਆਂ ਰਹਿਣ ਵਾਲੀਆਂ ਸਨ। ਦੋਵੇਂ ਸਕੀਆਂ ਭੈਣਾਂ ਸਨ ਤੇ ਇਸ ਕਤਲकांड ਦੇ ਦੋਸ਼ੀ ਗੁਰਵੀਰ ਸਿੰਘ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ, ਜੋ ਸੇਖਾ ਖੁਰਦ ਪਿੰਡ ਦਾ ਹੀ ਰਹਿਣ ਵਾਲਾ ਸੀ। ਯਾਨੀ ਕਿ ਜਿਨ੍ਹਾਂ ਕੁੜੀਆਂ ਦਾ ਕਤਲ ਕੀਤਾ ਹੈ ਤੇ ਜਿਸਨੇ ਕੀਤਾ ਹੈ ਉਹ ਸਾਰੇ ਇੱਕ ਪਿੰਡ ਦੇ ਰਹਿਣ ਵਾਲੇ ਸੀ। ਦੋਸ਼ੀ ਕੋਲੋਂ ਆਲਟੋ ਕਾਰ ਅਤੇ ਹਥਿਆਰ ਵੀ ਬਰਾਮਦ ਕਰ ਲਿਆ ਗਿਆ। ਜਾਣਕਾਰੀ ਮੁਤਾਬਿਕ ਤਿੰਨੇ ਇੱਕੋ ਕਾਰ 'ਚ ਸਵਾਰ ਹੋ ਕੇ ਜਾ ਰਹੇ ਸੀ ਤਾਂ ਗੁਰਵੀਰ ਸਿੰਘ ਨੇ ਬੱਸ ਅੱਡੇ ਤੋਂ ਮੀਟਰ ਦੀ ਦੂਰੀ ਤੇ ਕਾਰ ਦੀ ਖਿੜਕੀ ਖੋਲ੍ਹ ਕੇ ਮੂਹਰਲੀ ਸੀਟ ਤੇ ਬੈਠੀ ਲੜਕੀ ਨੂੰ ਧੱਕਾ ਦੇ ਦਿੱਤਾ। ਪਿਛਲੀ ਸੀਟ ਤੇ ਬੈਠੀ ਦੂਸਰੀ ਲੜਕੀ ਨੇ ਵੀ ਕਾਰ ਦੀ ਖਿੜਕੀ ਖੋਲ੍ਹ ਦਿੱਤੀ ਤੇ ਫਰਾਰ ਹੋਣ ਦੀ ਕੋਸ਼ਿਸ਼ ਵਿੱਚ ਹੇਠਾਂ ਡਿੱਗ ਪਈ, ਜਿਸ ਤੋਂ ਬਾਅਦ ਨੌਜਵਾਨ ਨੇ ਰਿਵਾਲਵਰ ਦੇ ਨਾਲ ਦੋਵਾਂ ਲੜਕੀਆਂ ਤੇ ਗੋਲੀ ਚਲਾ ਦਿੱਤੀ। ਹਮਲਾਵਰ ਜ਼ਖਮੀ ਲੜਕੀਆਂ ਨੂੰ ਸੜਕ ਕਿਨਾਰੇ ਛੱਡ ਕੇ ਮੌਕੇ ਤੋਂ ਭੱਜ ਗਿਆ ਸੀ। ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਗੁਰਵੀਰ ਸਿੰਘ ਨੇ ਆਪਣੇ ਆਪ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਗੋਲੀਆਂ ਦੀ ਘਾਟ ਨਾਲ ਉਹ ਨਹੀਂ ਮਰ ਸਕਿਆ। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦੇ ਨਾਲ ਜੁੜੀ ਇੱਕ ਚੰਗੀ ਖਬਰ ਹੈ ਕਿ ਆਉਣ ਵਾਲੇ ਗਰਮੀਆਂ ਦੇ ਮੌਸਮ ਵਿੱਚ 29 ਮਾਰਚ ਤੋਂ ਅੰਤਰਰਾਸ਼ਟਰੀ 8 ਅਤੇ ਘਰੇਲੂ ਹਵਾਈ ਅੱਡਿਆਂ ਦੀਆਂ 13 ਹੋਰ ਉਡਾਣਾਂ ਇੱਥੋਂ ਸ਼ੁਰੂ ਹੋ ਜਾਣਗੀਆਂ। ਇਸ ਦੀ ਜਾਣਕਾਰੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਹੁਣ ਅੰਮ੍ਰਿਤਸਰ ਦਾ ਹਵਾਈ ਅੱਡਾ 에ਅਰ ਇੰਡੀਆ ਦੁਆਰਾ ਯੂਰਪ ਦੇ 3 ਹਵਾਈ ਅੱਡੇ ਲੰਡਨ, ਬਰਮਿੰਘਮ, ਰੋਮ ਅਤੇ ਹੋਰਨਾਂ ਨਿੱਜੀ 에ਅਰਲਾਈਨਸ ਦੁਆਰਾ UAE ਦੇ 4 ਹਵਾਈ ਅੱਡਿਆਂ ਨਾਲ ਸਿੱਧਾ ਜੁੜ ਜਾਏਗਾ। ਭਾਰਤ ਦੀ ਘੱਟ ਕਿਰਾਏ ਵਾਲੀ 에ਅਰਲਾਈਨ ਇੰਡੀਗੋ ਵੀ ਹਫ਼ਤੇ ਵਿੱਚ ਸ਼ਾਰਜਾ ਲਈ 6, ਆਬੂ ਧਾਬੀ ਲਈ 1 ਤੇ ਦੁਬਈ ਲਈ 3 ਉਡਾਣਾਂ ਚਲਾਵੇਗੀ।
ਇੰਡੀਗੋ ਅਪ੍ਰੈਲ ਦੇ ਮਹੀਨੇ ਵਿੱਚ ਅੰਮ੍ਰਿਤਸਰ ਤੋਂ ਗੋਆ ਲਈ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਹੀ ਹੈ ਤੇ ਇਸ ਰੂਟ ਤੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਭਾਰਤ ਦੇ 13 ਘਰੇਲੂ ਹਵਾਈ ਅੱਡਿਆਂ ਦਿੱਲੀ, ਮੁੰਬਈ, ਸ਼੍ਰੀਨਗਰ, ਨਾਂਦੇੜ, ਪਟਨਾ, ਜੈਪੁਰ, ਕੋਲਕਾਤਾ, ਅਹਿਮਦਾਬਾਦ, ਬੈਂਗਲੌਰ, ਗੋਆ, ਹੈਦਰਾਬਾਦ, ਚੇਨਈ ਤੇ ਗੁਹਾਟੀ ਨਾਲ ਜੁੜ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਸ਼੍ਰੇਣੀ ਦੇ ਓਪਨ ਸਕੂਲ ਰੀਪੇਅਰ ਕੈਟਾਗਰੀ ਅਧੀਨ ਜਨਵਰੀ 2021 ਵਿੱਚ ਅਪੀਅਰ ਹੋਏ ਪ੍ਰੀਖਿਆਰਥੀ ਜਿਨ੍ਹਾਂ ਦਾ ਨਤੀਜਾ 3 ਮਾਰਚ 2021 ਨੂੰ ਐਲਾਨਿਆ ਗਿਆ ਸੀ, ਉਹਨਾਂ ਨੂੰ ਕਾਰਗੁਜ਼ਾਰੀ ਵਧਾਉਣ ਲਈ ਇੱਕ ਹੋਰ ਮੌਕਾ ਦਿੱਤਾ ਹੈ। ਕੰਟਰੋਲਰ ਪ੍ਰੀਖਿਆਵਾਂ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆਰਥੀ ਕਾਰਗੁਜ਼ਾਰੀ ਵਧਾਉਣ ਲਈ ਫਾਰਮ ਤੇ ਪ੍ਰੀਖਿਆ ਫੀਸ ਸਿਰਫ ਮੁੱਖ ਦਫ਼ਤਰ ਵਿਖੇ ਖੁਦ ਹਾਜ਼ਰ ਹੋ ਕੇ ਹੀ ਲੈ ਸਕਦੇ ਨੇ। 31 ਮਾਰਚ 2021 ਤੱਕ 1700 ਰੁਪਏ ਦੀ ਫੀਸ ਨਾਲ ਉਹ ਫਾਰਮ ਭਰ ਸਕਦੇ ਨੇ, ਪਰ ਆਪਣੇ ਨਾਲ ਲੋੜੀਂਦੇ ਦਸਤਾਵੇਜ਼ ਲੈ ਕੇ ਆਉਣ। ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਕਿ NCB ਨੇ ਪੰਜਾਬ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਮਾਮਲੇ ਵਿੱਚ ਮੇਰਠ ਜ਼ਿਲ੍ਹੇ ਦੇ ਪ੍ਰਤਾਪਪੁਰ ਥਾਣਾ ਖੇਤਰ ਅਧੀਨ ਦਵਾਈ ਬਣਾਉਣ ਵਾਲੀ ਕੰਪਨੀ ਤੇ ਛਾਪਾ ਮਾਰਿਆ। ਇਸ ਦੌਰਾਨ ਵੱਡੀ ਪੱਧਰ ਤੇ ਪਾਬੰਦੀਸ਼ੁਦਾ ਗੋਲੀਆਂ, ਪੀਣ ਦੀ ਦਵਾਈ, ਟੀਕੇ ਬਰਾਮਦ ਕੀਤੇ ਗਏ। 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੇਰਠ ਦੇ SSP ਅਜੇ ਸਾਨੀ ਨੇ ਕਿਹਾ ਕਿ ਕੰਪਨੀ ਤੇ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ। ਇਹਨਾਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਕੀਤੀ ਜਾਣੀ ਸੀ, ਪਰ ਗੰਢ ਧੁੱਪ ਕਾਰਨ ਇਹ ਬਾਜ਼ਾਰ ਦੇ ਵਿੱਚ ਵਿਕ ਰਹੀਆਂ ਸੀ। ਕੰਪਨੀ ਦਾ ਮਾਲਕ ਅਮਰਜੀਤ ਫਰਾਰ ਹੈ। ਜਲੰਧਰ ਤੋਂ ਖਬਰ ਹੈ ਜਿੱਥੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਬੱਸ ਸਟੈਂਡ ਨੂੰ ਬੰਦ ਕਰਕੇ ਸਰਕਾਰ ਦਾ ਪੁਤਲਾ ਫੂਕਿਆ। ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ 30 ਮਾਰਚ ਨੂੰ ਮੀਟਿੰਗ ਵਿੱਚ ਬੈਠ ਕੇ ਠੇਕਾ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਵੱਡੇ ਪੱਧਰ ਤੇ ਸਮੂਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀਆਂ ਦਾ ਵਿਰੋਧ ਕੀਤਾ ਜਾਏਗਾ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਾਰੇ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ, ਪਰ ਕੈਪਟਨ ਸਰਕਾਰ ਨੇ ਆਪਣੇ 4 ਸਾਲਾਂ ਵਿੱਚ ਕਿਸੇ ਵੀ ਵਿਭਾਗ ਦੇ ਠੇਕਾ ਮੁਲਾਜ਼ਮ ਨੂੰ ਰੈਗੂਲਰ ਕਰਨਾ ਤਾਂ ਦੂਰ ਦੀ ਗੱਲ, ਸਗੋਂ ਪੁਨਰਗਠਨ ਦੇ ਨਾਮ ਤੇ 60,000 ਦੇ ਕਰੀਬ ਪੋਸਟਾਂ ਹੀ ਖਤਮ ਕਰ ਚੁੱਕੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਰੇ ਜ਼ਿਲ੍ਹਿਆਂ ਦੇ DCs ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਕਰੋਨਾ ਦੇ ਮੱਦੇਨਜ਼ਰ ਸੂਬੇ ਦੇ ਵਿੱਚ ਮਾਸਕ ਨਾ ਪਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ। ਪੁਡੂਚੇਰੀ ਅਤੇ ਕਰਾਈਕਲ ਇਲਾਕਿਆਂ ਦੇ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ ਹਫ਼ਤੇ ਵਿੱਚ 5 ਦਿਨ ਯਾਨੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੀ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਪੁਡੂਚੇਰੀ ਸਰਕਾਰ ਨੇ ਹਰ ਸ਼ਨੀਵਾਰ ਨੂੰ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਰਨ ਦਾ ਐਲਾਨ ਕੀਤਾ। ਬਿਹਾਰ ਸਰਕਾਰ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਾਰੇ ਡਾਕਟਰਾਂ, ਹੈਲਥ ਕੇਅਰ ਵਰਕਰਾਂ, ਪੈਰਾਮੈਡੀਕਲ ਸਟਾਫ ਦੀ 5 ਅਪ੍ਰੈਲ ਤੱਕ ਛੁੱਟੀ ਰੱਦ ਕਰ ਦਿੱਤੀ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੇ ਭਾਰਤ ਦੀਆਂ। 2000 ਦੇ ਗੁਲਾਬੀ ਰੰਗ ਦੇ ਨੋਟ ਜੇ ਤੁਸੀਂ ਇਕੱਠੇ ਕਰ ਰਹੇ ਹੋ, ਜੋੜ ਰਹੇ ਹੋ, ਆਪਣੇ ਘਰ ਦੇ ਵਿੱਚ ਰੱਖ ਰਹੇ ਹੋ ਤਾਂ ਜ਼ਰਾ ਸੰਭਲ ਕੇ, ਕਿਉਂਕਿ BJP ਦੀ ਇਹ ਸਰਕਾਰ ਹੁਣ 2000 ਰੁਪਈਆਂ ਦੇ ਨੋਟ ਬੰਦ ਕਰਨ ਲਈ ਵੀ ਸੋਚ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2016 ਦੇ ਨਵੰਬਰ ਮਹੀਨੇ 'ਚ ਇੱਕਦਮ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਹੜਾ ਸਭ ਨੂੰ ਯਾਦ ਹੋਣਾ, ਜਿਸ ਵਿੱਚ 500 ਤੇ 1000 ਦੇ ਨੋਟਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਹਨਾਂ ਨੋਟਾਂ ਦੀ ਥਾਂ 100, 500 ਤੇ 2000 ਦੇ ਨਵੇਂ ਨੋਟ ਛਾਪੇ ਗਏ ਸੀ, ਪਰ ਨੋਟਬੰਦੀ ਤੋਂ ਬਾਅਦ ਹੁਣ 2000 ਦਾ ਨੋਟ ਵੀ ਗਾਇਬ ਹੋ ਰਿਹਾ ਹੈ। ਹਾਲ ਹੀ ਵਿੱਚ ਕੇਂਦਰੀ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ 'ਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਸਪਸ਼ਟ ਕੀਤਾ ਹੈ ਕਿ RBI ਨੇ 2019 ਤੇ 2020 ਵਿੱਚ 2000 ਰੁਪਏ ਦੇ ਨੋਟਾਂ ਨੂੰ ਛਪਾਈ ਨੂੰ ਲੈ ਕੇ ਹੁਕਮ ਜਾਰੀ ਹੀ ਨਹੀਂ ਕੀਤੇ, ਯਾਨੀ ਕਿ 2 ਸਾਲਾਂ ਦੇ ਵਿੱਚ 2000 ਦੇ ਨੋਟ ਛਪੇ ਹੀ ਨਹੀਂ। ਹਾਲਾਂਕਿ 2000 ਦੇ ਨੋਟ ਨੂੰ ਹਾਲੇ ਤੱਕ ਸਰਕੂਲੇਸ਼ਨ ਤੋਂ ਬਾਹਰ ਤਾਂ ਨਹੀਂ ਕੱਢਿਆ ਗਿਆ, ਪਰ ਇਹ ਨੋਟ ATM ਮਸ਼ੀਨਾਂ 'ਚੋਂ ਗਾਇਬ ਹੋ ਰਹੇ ਨੇ, ਯਾਨੀ ਕਿ ਇਹਨਾਂ ਦੀ ਵਰਤੋਂ ਘੱਟ ਹੋ ਰਹੀ ਹੈ। ਜਿਨ੍ਹਾਂ ਕੋਲ 2000 ਦਾ ਨਵਾਂ ਨੋਟ ਹੈ ਉਹ ਹਾਲੇ ਵੀ ਇਸ ਦੀ ਵਰਤੋਂ ਕਰ ਸਕਦੇ ਨੇ, ਪਰ ਸਵਾਲ ਹੈ ਕਿ ਨੋਟਾਂ ਦੀ ਗਿਣਤੀ ਘੱਟ ਕਿਉਂ ਰਹੀ ਹੈ। ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਅਤੇ RBI ਨੇ ਸਿਰਫ 2000 ਨੋਟਾਂ ਦਾ ਚਲਣ ਭਾਵ ਵਰਤੋਂ ਘਟਾਉਣ ਦੇ ਲਈ ਅਤੇ 500 ਨੋਟਾਂ ਦੀ ਵਰਤੋਂ ਵਧਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਆਰਥਿਕ ਨੀਤੀ ਦਾ ਹਿੱਸਾ ਹੈ। 2000 ਦਾ ਨੋਟ ਹਲੇ ਬੰਦ ਕਰਨ ਦਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਵਿੱਤ ਵਿਭਾਗ ਤੇ ਰਿਜ਼ਰਵ ਬੈਂਕ ਨੇ ਇਹ ਸਪਸ਼ਟ ਕੀਤਾ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਨਾ ਹੀ ਤਾਂ ਰੱਦ ਕੀਤਾ ਗਿਆ ਹੈ, ਨਾ ਹੀ ਇਹਨਾਂ ਤੇ ਰੋਕ ਲਾਈ ਗਈ ਹੈ, ਸਿਰਫ ਇਹਨਾਂ ਦੀ ਵਰਤੋਂ ਨੂੰ ਘਟਾਇਆ ਗਿਆ ਹੈ। ਦੁਨੀਆ ਭਰ ਦੇ ਅਰਥਸ਼ਾਸਤਰੀਆਂ ਮੁਤਾਬਿਕ ਵੱਡੇ ਅੰਕਾਂ ਵਾਲੇ ਨੋਟਾਂ ਨੂੰ ਸਰਕੂਲੇਸ਼ਨ ਵਿੱਚੋਂ ਘਟਾਉਣ ਨਾਲ ਵੱਡੇ ਪੈਮਾਨੇ ਤੇ ਵਿੱਤੀ ਧੋਖਾਧੜੀ ਨੂੰ ਰੋਕਿਆ ਜਾ ਸਕਦਾ ਹੈ। ਜੇ ਅਜਿਹੇ ਨੋਟ ਸਰਕੂਲੇਸ਼ਨ ਵਿੱਚੋਂ ਅਲੋਪ ਹੋ ਜਾਣਗੇ ਤਾਂ ਧੋਖਾਧੜੀ ਵੀ ਘਟ ਜਾਏਗੀ। ਪੱਛਮੀ ਬੰਗਾਲ ਚੋਣਾਂ ਵਿੱਚ BJP ਦੇ ਹਾਲਾਤ ਔਖੇ ਬਣਦੇ ਜਾ ਰਹੇ ਨੇ। ਟਿਕਟਾਂ ਨੂੰ ਲੈ ਕੇ ਪਾਰਟੀ ਅੰਦਰ ਬਗਾਵਤ ਜ਼ੋਰਾਂ ਉੱਤੇ ਹੈ। ਹੁਣ BJP ਵੱਲੋਂ ਕਾਂਗਰਸੀ ਲੀਡਰ ਨੂੰ ਟਿਕਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ BJP ਨੇ ਤ੍ਰਿਣਮੂਲ ਕਾਂਗਰਸ ਲੀਡਰ ਨੂੰ ਟਿਕਟ ਦਿੱਤੀ ਸੀ ਤੇ ਉਸਨੇ ਵੀ ਇਨਕਾਰ ਕਰ ਦਿੱਤਾ ਸੀ। ਸਾਬਕਾ ਕਾਂਗਰਸੀ ਲੀਡਰ ਮਰਹੂਮ ਸੋਮਨ ਮਿਤਰਾ ਦੀ ਪਤਨੀ ਸ਼ਿਖਾ ਮਿਤਰਾ ਨੇ ਭਾਜਪਾ ਦੇ ਵੱਲੋਂ ਸ਼ਹਿਰ ਦੀ ਚੌਰੰਗੀ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਣ ਦੇ ਤੁਰੰਤ ਬਾਅਦ ਕਿਹਾ ਕਿ ਮੇਰੀ ਮਨਜ਼ੂਰੀ ਤੋਂ ਬਿਨਾਂ ਹੀ ਮੇਰੀ ਉਮੀਦਵਾਰੀ ਐਲਾਨ ਦਿੱਤੀ ਗਈ ਹੈ, ਪਰ ਮੈਂ ਰਾਜਨੀਤੀ ਵਿੱਚ ਨਹੀਂ ਆਉਣਾ।
यानी कि पश्चिमी बंगाल दे विच बीजेपी दे नाल बुरी बन रही है। कांग्रेस ते टीएमसी लीडरां नूं टिकटां दित्तियां सी, दोवां ने ही ना कर दित्ती। पश्चिमी बंगाल के पूर्वी मैदनीपुर विधान सभा हल्के विच एक चोण जनतक मीटिंग विच पश्चिमी बंगाल की मुख मंत्री ममता बनर्जी ने कहा कि गद्दार अते मीर जाफर हुण बीजेपी के उम्मीदवार बन गए ने। उन्होंने कहा कि भाजपा नूं जाण दिओ, असीं भाजपा नहीं चाहुंदे, असीं मोदी का चेहरा भी नहीं वेखना चाहुंदे, असीं दंगे, लुट, दुर्योधन, दुशासन ते मीर जाफर नहीं चाहुंदे। ममता बनर्जी ने ऐलान किया कि मुड़ सत्ता विच आउण ते सूबे विच अध्यापकों की गिणती दुगणी की जाएगी। टीएमसी लीडरां दा एक वफद चोण कमिशन के अधिकारियों नूं मिलिया ते कुछ तत्थां दे उत्ते गलबात की। दिल्ली विच चोण कमिशन अधिकारियों नाल हुई बैठक विच चोणां दीआं तैयारियां अते पश्चिमी बंगाल की मुख मंत्री ममता बनर्जी ते होए हमले बारे गल की गई। उन्होंने कहा कि मशीनां दे हैक होने की कोई संभावना नहीं है। मीडिया विच अजिहियां खबरां आ रही ने कि चोण कमिशन ने ममता बनर्जी ते हमले नूं एक हादसा करार दिता है, पर इस ते चोण कमिशन के अधिकारियों ने स्पष्ट किया कि उन्होंने अजिहा कुछ नहीं कहा। चोण कमिशन ने स्पष्ट किया कि जांच पूरी होने तो बाद ही असीं इस बारे कोई बयान देवांगे। टीएमसी लीडरां ने चोण कमिशन नूं अपील की है कि वह पश्चिमी बंगाल दे विच सुतंत्र ते निरपक्ष चोणां करवाउण। ते इस दरम्यान भारत के चोण कमिशन का पूरा बैंच पश्चिमी बंगाल दे विच विधान सभा चोणां दीआं तैयारियां दा जायजा लैण लई 23 मार्च नूं पश्चिमी बंगाल का दौरा कर सकदा है। पश्चिमी बंगाल विधान सभा दीआं 294 सीटां लई 8 पड़ावां दे विच वोटां 27 मार्च नूं शुरू हो जाणगीआं ते 2 मई नूं नतीजे आ जाणगे। सुप्रीम कोर्ट ने मध्य प्रदेश हाई कोर्ट के पीड़ित नूं रखड़ी बन्नण की शर्त उत्ते मुलजम नूं जमानत देण दे आदेश नूं रद्द करदिआं कहा कि अजिहियां शर्तां नूं स्वीकार नहीं किया जा सकदा। सुप्रीम कोर्ट ने औरतां खिलाफ जिनसी हिंसा अते कुकर्म के मामलों खिलाफ जमानत दिंदे होए तर्कहीन शब्दां अते टिप्पणियां ते सख्त रुख अपनाउंदिआं कहा कि जज्जां नूं केस की सुनवाई दौरान नहीं बोलना चाहिदा अते लिखना भी नहीं चाहिदा अजिहा कुछ जिस नाल पीड़िता दा अदालत की निरपक्षता विच विश्वास घट जावे। सुप्रीम कोर्ट ने एक जनहित पटीशन ते अटॉर्नी जनरल ते सॉलिसिटर जनरल तो जवाब मंगया, जिस विच ईवीएम तो चोण निशान नूं हटा के उम्मीदवार दा नाम, उमर, विधिक योग्यता अते फोटोआं लगाउण लई चोण कमिशन नूं हुक्म देण दी मंग कीती गई है। चीफ जस्टिस एस.ए. बोबड़े की अगवाई हेठले बैंच ने केंद्र सरकार ते चोण कमिशन नूं कोई नोटिस जारी किए बिना पटीशनर बीजेपी लीडर अश्विनी उपाध्याय नूं कहा है कि वह अपनी पटीशन की एक कॉपी अटॉर्नी जनरल अते सॉलिसिटर जनरल नूं सौंप देण। मामले की अगली सुनवाई अगले हफ्ते होगी। दिल्ली हाईकोर्ट ने जम्मू कश्मीर की साबका मुख मंत्री महबूबा मुफ्ती नूं झटका दिंदिआं काला धन सफेद करन दे मामले विच ईडी वल्लों जारी सम्मन ते रोक लाउण तो इनकार कर दिता है। दक्षिणी अफ्रीका ਦੀਆਂ सड़कां दुनिया ਦੇ ਵਿੱਚ वाहन चालकों ਲਈ सब तो खतरनाक ਹਨ ਤੇ इस मामले ਦੇ ਵਿੱਚ ਭਾਰਤ ਦਾ ਸਥਾਨ ਚੌਥਾ ਹੈ, यानी कि भारत चौथे नंबर ਤੇ है जिथे वाहन चालकों ਲਈ सब तो खतरनाक सड़कां ने। ਇਹ ਅਧਿਐਨ अंतरराष्ट्रीय ड्राइवर सिखलाई कंपनी जुतोबी ने किया। इस अध्ययन ਦੇ ਵਿੱਚ 56 ਦੇਸ਼ਾਂ ਨੂੰ शामिल किया गया ਤੇ ड्राइविंग ਦੇ पक्ष तो सब तो खतरनाक देशों की सूची ਵਿੱਚ पहले नंबर ਤੇ दक्षिणी अफ्रीका, दूजे नंबर ਤੇ थाईलैंड, तीजे नंबर ਤੇ अमरीका ਤੇ चौथे नंबर ਤੇ भारत आउंदा है। इस सूची दे विच सब तो सुरक्षित सड़कां नॉर्वे दीआं ते उस तो बाद जापान ते उस तो बाद स्वीडन दीआं सड़कां सुरक्षित मन्नियां गईयां ने। केंद्र सरकार ने दिल्ली हाईकोर्ट कोल WhatsApp की नवीं निजता नीति अते सेवा शर्तां लागू करन तो रोकण की अपील की है। स्पैशल न्यूज़ बुलेटिन देखने वाले सारे दर्शकों का धन्यवाद।